च तैनू जे चैन नहीं लगदा, दुनिया च तैनू जे चैन नहीं लगदा। यीशु कोल आवी ते चंगा है, दुनिया च तैनू जे चैन नहीं लगदा। पापा दे हनेरियां च किथे लंघा जाना है, उच्चे नीवे थावां विच खेडे पिया खाना है। पापा दे हनेरियां च किथे लंघा जाना है, उच्चे नीवे थावां विच खेडे पिया खाना है। तेरा जेड़ा पार चुके तैनू नहीं लगदा, तेरा जेड़ा पार चुके तैनू नहीं लगदा। यीशु कोल आवे ते चंगा है, दुनिया च तैनू जे चैन नहीं लगदा। प्रेज द लॉर्ड एवरीवन। मैं पास्टर कुलभूषण जौहर ਏਸ਼ੀਅਨ ਚਰਚ ਆਫ ਕ੍ਰਾਈਸਟ ਵੈਂਕੂਵਰ BC ਤੋਂ ਪ੍ਰੋਗਰਾਮ ਨਵੀਂ ਜ਼ਿੰਦਗੀ ਦੇ ਵੱਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਮੈਂ ਉਮੀਦ ਕਰਦਾ ਤੁਸੀਂ ਸਾਰੇ ਚੰਗੇ ਹੋਵੋਗੇ, ਤੰਦਰੁਸਤ ਹੋਵੋਗੇ ਤੇ ਪਰਮੇਸ਼ਰ ਦੇ ਕਲਾਮ ਦੇ ਵਿੱਚ ਵੱਧ ਰਹੇ ਹੋਵੋਗੇ। ਆਓ ਅਸੀਂ ਹਰ ਵਾਰ ਦੀ ਤਰ੍ਹਾਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਸਿੱਖਣ ਤੋਂ ਪਹਿਲਾਂ, ਵਚਨ ਨੂੰ ਪੜ੍ਹਨ ਤੋਂ ਪਹਿਲਾਂ ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ, ਆਪਣੇ ਸਿਰਾਂ ਨੂੰ ਝੁਕਾਵਾਂਗੇ। ਆਓ ਅਸੀਂ ਮਿਲ ਕੇ ਦੁਆ ਕਰਾਂਗੇ। ਸਰਵ ਸ਼ਕਤੀਮਾਨ ਪਰਮੇਸ਼ਰ ਯਿਸੂ ਮਸੀਹ ਨਾਸਰੀ, ਧੰਨਵਾਦ ਕਰਦੇ ਹਾਂ ਤੁਹਾਡਾ। ਤੁਸੀਂ ਦਇਆ ਕਰਨ ਵਾਲੇ ਪਰਮੇਸ਼ਰ ਹੋ, ਪ੍ਰਾਰਥਨਾਵਾਂ ਨੂੰ ਸੁਣਦੇ ਹੋ। ਸਾਨੂੰ ਖੁਦਾਵੰਦ ਨੇ ਮੌਕਾ ਦਿੱਤਾ ਤੁਹਾਡੇ ਕਲਾਮ 'ਚੋਂ ਅਸੀਂ ਇਕੱਠੇ ਹੋ ਕੇ ਸਿੱਖ ਸਕੀਏ। ਮਹਾਨ ਪਰਮੇਸ਼ਰ, ਮੇਰੀ ਪ੍ਰਾਰਥਨਾ ਜਦੋਂ ਅਸੀਂ ਤੁਹਾਡੇ ਵਚਨ ਨੂੰ ਪੜ੍ਹੀਏ, ਇਹਦੇ ਗਹਿਰੇ ਭੇਤ ਸਾਡੇ 'ਤੇ ਖੁੱਲ੍ਹਣ। ਖੁਦਾਵੰਦ ਦੇ ਵਚਨ ਸਾਡੇ ਨਾਲ ਗੱਲ ਕਰੇ। ਸੁਣਨ ਵਾਲੇ ਆਪਣੇ ਹਰ ਇੱਕ ਭੈਣ ਭਰਾ, ਬੱਚੇ, ਬਜ਼ੁਰਗ 'ਤੇ ਮੈਂ ਤੁਹਾਡੀ ਦਇਆ, ਤੁਹਾਡੀ ਆਸ਼ੀਸ਼ ਨੂੰ ਮੰਗਦਾ। ਹਰ ਅੰਧਕਾਰ ਦੀ ਸ਼ਕਤੀ ਜੋ ਤੁਹਾਡੇ ਵਚਨਾਂ ਨੂੰ ਸਮਝਣ ਤੋਂ ਸਾਨੂੰ ਰੋਕਦੀ ਹੈ, ਯਿਸੂ ਮਸੀਹ ਦੇ ਨਾਮ 'ਚ ਅਸੀਂ ਉਹਨੂੰ ਕੈਂਸਲ ਕਰਦੇ ਹਾਂ। ਖੁਦਾਵੰਦ, ਇਹ ਵਚਨ ਸਾਡੇ ਪੈਰਾਂ ਦੇ ਲਈ ਦੀਪਕ ਦਾ ਕੰਮ ਕਰਨ ਅਤੇ ਇਹ ਵਚਨ ਸਾਨੂੰ ਨਵੀਂ ਜ਼ਿੰਦਗੀ ਦੇ ਵੱਲ ਜੋੜਨ। ਯਿਸੂ ਮਸੀਹ ਦੇ ਸਾਮਰਥੀ ਨਾਮ 'ਚ ਅਸੀਂ ਮੰਗਦੇ ਹਾਂ, ਆਮੀਨ, ਆਮੀਨ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦੇ ਵਿੱਚ। ਅਸੀਂ ਜਿਵੇਂ ਬੀਤੇ ਹਫ਼ਤੇ ਤੋਂ ਦੇਖ ਰਹੇ ਹਾਂ ਕ੍ਰਿਸਮਸ ਦੇ ਬਾਰੇ, ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੇ ਬਾਰੇ। ਅੱਜ ਇੱਕ ਵਾਰ ਫਿਰ ਤੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੇ ਬਾਰੇ ਦੇਖਾਂਗੇ ਬਾਈਬਲ ਦੇ ਵਿੱਚੋਂ। ਪਿਛਲੇ ਹਫ਼ਤੇ ਮੈਂ ਤੁਹਾਨੂੰ ਦੱਸਿਆ ਸੀ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਦਾ ਜਨਮ ਇੱਕ ਯੋਜਨਾ ਦੇ ਤਹਿਤ ਹੋਇਆ, ਕਿੱਦਾਂ ਉਹਨਾਂ ਨਬੀਆਂ ਨੇ ਭਵਿੱਖਬਾਣੀਆਂ ਕੀਤੀਆਂ ਸੈਂਕੜੋਂ ਸਾਲ ਪਹਿਲਾਂ ਕਿ ਕਿੱਦਾਂ ਸਾਡੇ ਲਈ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਏਗਾ। ਕਿਉਂ ਪ੍ਰਭੂ ਯਿਸੂ ਮਸੀਹ ਨੇ ਜਨਮ ਲੈਣ ਦੇ ਵੇਲੇ ਉਸ ਖੁਰਲੀ ਦੇ ਵਿੱਚ ਹੀ ਜਨਮ ਕਿਉਂ ਲਿਆ। ਮੈਂ ਤੁਹਾਨੂੰ ਦੱਸਿਆ ਸੀ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ, ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਇੱਕ ਨਿਸ਼ਕਲੰਕ ਮੇਮਨਾ ਸੀ ਅਤੇ ਜਿਸ ਤਰ੍ਹਾਂ ਉਹਨਾਂ ਮੇਮਣਿਆਂ ਦਾ ਜਨਮ ਜਿਸ ਇੱਕ ਸਪੈਸੀਫਿਕ ਆਫੀਸ਼ੀਅਲ ਇੱਕ ਖੁਰਲੀ ਦੇ ਵਿੱਚ ਉਸ ਚਰਨੀ 'ਚ ਹੁੰਦਾ ਸੀ, ਉਸੇ ਜਗ੍ਹਾ ਯਿਸੂ ਮਸੀਹ ਨੇ ਜਨਮ ਲਿਆ, ਕਿਉਂਕਿ ਉਹ ਵੀ ਸਾਡੇ ਲਈ ਇੱਕ ਨਿਸ਼ਕਲੰਕ ਮੇਮਨਾ ਬਣ ਕੇ ਉਹਨੇ ਸਲੀਬ ਦੇ ਉੱਤੇ ਆਪਣੀ ਜਾਨ ਦੇਣੀ ਸੀ। ਹਾਲੇਲੂਇਆ। ਅੱਜ ਅਸੀਂ ਦੇਖਾਂਗੇ ਪ੍ਰਭੂ ਯਿਸੂ ਮਸੀਹ ਦੇ ਜਨਮ ਦੇ ਬਾਰੇ ਕਿ ਕਿਸ ਤਰ੍ਹਾਂ ਸਵਰਗਦੂਤ ਨੇ ਮਾਂ ਮਰੀਮ ਨੂੰ ਆ ਕੇ ਉਹ ਗੱਲ, ਉਹ ਖੁਸ਼ਖਬਰੀ, ਉਹ ਗੁੱਡ ਨਿਊਜ਼ ਦਿੱਤੀ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਣ ਵਾਲਾ, ਕਿ ਕਿਉਂ ਇਸ ਤਰ੍ਹਾਂ ਹੋਇਆ। ਇਹ ਵੀ ਅਸੀਂ ਅੱਜ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਦੇਖਾਂਗੇ। ਅਸੀਂ ਪੜ੍ਹਾਂਗੇ ਲੂਕਾ ਰਚਿਤ ਸੁਸਮਾਚਾਰ 1 ਅਧਿਆਇ ਉਹਦੀ 26 ਆਇਤ ਤੋਂ। ਇੱਥੇ ਲਿਖਿਆ, ਐਲੀਸ਼ਿਬਾ ਨੂੰ ਗਰਭਵਤੀ ਹੋਇਆਂ 6 ਮਹੀਨੇ ਹੋ ਚੁੱਕੇ ਸਨ ਜਦੋਂ ਪਰਮੇਸ਼ਰ ਨੇ ਜਿਬਰਾਇਲ ਦੂਤ ਨੂੰ ਗਲੀਲ ਇਲਾਕੇ ਦੇ ਨਾਸਰਤ ਨਾਂ ਦੇ ਇੱਕ ਪਿੰਡ ਵਿੱਚ ਘੱਲਿਆ। ਦੂਤ ਮਰੀਅਮ ਨਾਂ ਦੀ ਇੱਕ ਕੁਆਰੀ ਕੋਲ ਗਿਆ। ਉਸ ਕੁਆਰੀ ਦੀ ਮੰਗਣੀ ਦਾਊਦ ਦੇ ਕੁਲ ਦੇ ਯੂਸਫ ਨਾਂ ਦੇ ਇੱਕ ਆਦਮੀ ਨਾਲ ਹੋਈ ਸੀ। ਦੂਤ ਨੇ ਅੰਦਰ ਜਾ ਕੇ ਮਰੀਅਮ ਨੂੰ ਆਖਿਆ, ਹੇ ਪ੍ਰਭੂ ਦੀ ਕਿਰਪਾ ਪਾਤਰ, ਪ੍ਰਭੂ ਦੀ ਜੈ ਹੋਵੇ, ਉਹ ਤੇਰੇ ਨਾਲ ਹੈ। ਮਰੀਅਮ ਇਹ ਸੁਣ ਕੇ ਘਬਰਾ ਗਈ ਅਤੇ ਮਨ ਵਿੱਚ ਸੋਚਣ ਲੱਗੀ, ਇਹ ਕਿਸ ਤਰ੍ਹਾਂ ਦਾ ਪ੍ਰਣਾਮ ਹੈ। ਦੂਤ ਨੇ ਮਰੀਅਮ ਨੂੰ ਕਿਹਾ, ਮਰੀਅਮ ਨਾ ਡਰ, ਕਿਉਂਕਿ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ। ਤੂੰ ਗਰਭਵਤੀ ਹੋਏਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਂਗੀ। ਤੂੰ ਉਸ ਦਾ ਨਾਮ ਯੀਸ਼ੂ ਰੱਖਣਾ।
ਉਹ ਮਹਾਨ ਹੋਵੇਗਾ, ਉਹ ਪਰਮ ਪਰਮੇਸ਼ਵਰ ਦਾ ਪੁੱਤਰ ਅਖਵਾਵੇਗਾ। ਪਰਮੇਸ਼ਵਰ ਉਸ ਦੇ ਪੁਰਖੇ ਦਾਊਦ ਦੀ ਰਾਜ ਗੱਦੀ ਉਸ ਨੂੰ ਦੇਵੇਗਾ। ਉਹ ਸਦਾ ਤੀਕ ਯਾਕੂਬ ਦੇ ਟੱਬਰ ਉੱਤੇ ਰਾਜ ਕਰੇਗਾ, ਉਸ ਦੇ ਰਾਜ ਦਾ ਅੰਤ ਨਹੀਂ ਹੋਵੇਗਾ। ਹਾਲੇਲੂਇਆ। ਬਾਈਬਲ ਦੱਸਦੀ ਹੈ ਕਿ ਇੱਕ ਦੂਤ ਮਾਂ ਮਰੀਮ ਦੇ ਸਾਹਮਣੇ ਪ੍ਰਗਟ ਹੋਇਆ। ਉਸ ਦੂਤ ਨੇ ਮਾਂ ਮਰੀਮ ਨੂੰ ਕਿਹਾ ਕਿ ਤੂੰ ਪਵਿੱਤਰ ਆਤਮਾ ਤੋਂ ਗਰਭਵਤੀ ਹੋਏਂਗੀ, ਤੂੰ ਇੱਕ ਪੁੱਤਰ ਨੂੰ ਜਨਮ ਦੇਂਗੀ, ਉਹਦਾ ਨਾਮ ਤੂੰ ਯੀਸ਼ੂ ਰੱਖੀ। ਬਾਈਬਲ ਦੱਸਦੀ ਹੈ ਕਿ ਉਸ ਟਾਈਮ ਯਹੂਦੀਆਂ ਦੇ ਵਿੱਚ ਇਸ ਗੱਲ ਦਾ ਉਹਨਾਂ 'ਚ ਪ੍ਰਚਲਨ ਹੁੰਦਾ ਸੀ। ਉਹਨਾਂ ਨੂੰ ਪਤਾ ਸੀ ਕਿ ਮਸਾਇਆ ਪਰਮੇਸ਼ਵਰ ਵੱਲੋਂ ਜੋ ਸਾਨੂੰ ਛੁਡਾਏਗਾ ਉਹ ਪੈਦਾ ਹੋਏਗਾ ਤੇ ਉਹ ਇੱਕ ਕੁਆਰੀ ਦੇ ਦੁਆਰਾ ਪੈਦਾ ਹੋਏਗਾ। ਉਸ ਟਾਈਮ ਤੇ ਜਿੰਨੀਆਂ ਕੁੜੀਆਂ ਸੀ ਉਹ ਪ੍ਰਾਰਥਨਾ ਕਰਦੀਆਂ ਹੁੰਦੀਆਂ ਸੀ ਕਿ ਪ੍ਰਭੂ ਯਿਸੂ ਮਸੀਹ ਸਾਡੀ ਕੁੱਖ ਤੋਂ ਜਨਮ ਲਵੇ, ਪਰ ਪਰਮੇਸ਼ਵਰ ਨੇ ਮਾਂ ਮਰੀਮ ਨੂੰ ਚੁਣਿਆ ਕਿ ਯਿਸੂ ਮਸੀਹ ਉਹਦੇ ਗਰਭ ਤੋਂ ਜਨਮ ਲਵੇ। ਯਿਸੂ ਮਸੀਹ ਦਾ ਜਨਮ ਪਵਿੱਤਰ ਆਤਮਾ ਦੇ ਦੁਆਰਾ ਮਰੀਮ ਦੇ ਥਰੂ ਹੋਇਆ। ਬਾਈਬਲ ਕਹਿੰਦੀ ਹੈ ਦੂਤ ਨੇ ਆ ਕੇ ਕਿਹਾ ਕਿ ਤੂੰ ਇੱਕ ਬੱਚੇ ਨੂੰ ਜਨਮ ਦੇਂਗੀ, ਉਹਦਾ ਨਾਮ ਤੂੰ ਯੀਸ਼ੂ ਰੱਖੀ। ਬਾਈਬਲ ਇਹ ਦੱਸਦੀ ਹੈ ਕਿ ਇਹ ਸੁਣ ਕੇ ਮਰੀਮ ਡਰ ਗਈ। ਉਹ ਕਿਉਂ ਡਰ ਗਈ? ਉਹ ਇਸ ਗੱਲ ਨੂੰ ਜਾਣਦੀ ਸੀ ਕਿ ਮੈਂ ਪ੍ਰਾਰਥਨਾ ਕਰਦੀ ਸੀ, ਪਰਮੇਸ਼ਵਰ ਨੇ ਦੁਆ ਨੂੰ ਸੁਣਿਆ ਤੇ ਮੈਨੂੰ ਚੁਣਿਆ। ਪਰ ਉਹਦੇ ਨਾਲ ਨਾਲ ਮੂਸਾ ਦੀ ਇਹ ਵਿਵਸਥਾ ਵੀ ਸੀ ਕਿ ਜੋ ਔਰਤ ਵਿਆਹ ਤੋਂ ਪਹਿਲਾਂ ਜੇ ਉਹ ਗਰਭਵਤੀ ਹੁੰਦੀ ਹੈ ਉਹਨੂੰ ਪਥਰਾਵ ਕਰਕੇ ਮਾਰ ਦਿੱਤਾ ਜਾਂਦਾ ਸੀ। ਉਹ ਇਸ ਗੱਲ ਤੋਂ ਵੀ ਸੁਣ ਕੇ ਸ਼ਾਇਦ ਇਨਸਾਨ ਹੁੰਦੇ ਹੋਏ ਡਰ ਗਈ ਹੋਏਗੀ ਕਿ ਸ਼ਾਇਦ ਮੇਰੇ ਉੱਤੇ ਪਥਰਾਵ ਨਾ ਕਰ ਦਿੱਤਾ ਜਾਵੇ। ਪਰ ਦੂਤ ਨੇ ਉੱਥੇ ਇੱਕ ਗੱਲ ਮਾਂ ਮਰੀਮ ਨੂੰ ਕਹੀ ਕਿ ਪਰਮੇਸ਼ਰ ਦੀ ਕਿਰਪਾ ਤੇਰੇ ਉੱਤੇ ਹੋਈ ਹੈ, ਪਰਮੇਸ਼ਰ ਨੇ ਤੈਨੂੰ ਫੇਵਰ ਦਿੱਤੀ ਹੈ। ਹੁਣ ਫੇਵਰ ਜਦੋਂ ਕਿਸੇ ਦੇ ਉੱਤੇ ਆਉਂਦੀ ਹੈ ਤਾਂ ਫੇਵਰ ਉਹਨੂੰ ਲਿਫਟ ਅਪ ਕਰ ਦਿੰਦੀ ਹੈ, ਫੇਵਰ ਉਹਨੂੰ ਇੱਕਦਮ ਬੂਸਟ ਕਰ ਦਿੰਦੀ ਹੈ। ਮਾਂ ਮਰੀਮ ਨੂੰ ਚੁਣਿਆ ਜਾਣਾ, ਯਿਸੂ ਮਸੀਹ ਦਾ ਉਹਦੀ ਕੁੱਖ ਤੋਂ ਪੈਦਾ ਹੋਣਾ ਇੱਕ ਫੇਵਰ ਸੀ। ਪਰ ਉਹਦੇ ਨਾਲ ਨਾਲ ਦੂਤ ਨੇ ਉਹਨੂੰ ਇਹ ਵੀ ਦੱਸਿਆ ਕਿ ਤੈਨੂੰ ਪਰਮੇਸ਼ਵਰ ਨੇ ਫੇਵਰ ਦੇ ਨਾਲ ਨਾਲ ਇੱਕ ਗ੍ਰੇਸ ਤੇਰੇ ਉੱਤੇ ਦਿੱਤੀ ਹੈ ਤਾਂ ਕਿ ਤੂੰ ਯਿਸੂ ਮਸੀਹ ਨੂੰ ਕੈਰੀ ਕਰ ਸਕੇ। ਕਿਉਂ ਕੈਰੀ ਕਰ ਸਕੇ? ਕਿਉਂ ਗ੍ਰੇਸ ਦਿੱਤੀ? ਕਿਉਂਕਿ ਮਾਂ ਮਰੀਮ ਜਾਣਦੀ ਸੀ ਕਿ ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਮੈਂ ਨਿਰਦੋਸ਼ ਹਾਂ। ਪਰ ਉਹਦੇ ਬਾਵਜੂਦ ਉਹਦੇ ਆਸ-ਪਾਸ ਦੇ ਲੋਕ ਉਹਨੂੰ ਸ਼ਾਇਦ ਭਲਾ ਬੁਰਾ ਕਹਿੰਦੇ ਹੋਣਗੇ, ਸ਼ਾਇਦ ਉਹਦਾ ਬਾਈਕਾਟ ਕਰ ਦਿੱਤਾ ਗਿਆ ਹੋਏਗਾ, ਸ਼ਾਇਦ ਉਹਨੂੰ ਬਹੁਤ ਗੱਲਾਂ ਸੁਣਨੀਆਂ ਪੈਂਦੀਆਂ ਹੋਣਗੀਆਂ। ਉਹਦੇ ਬਾਵਜੂਦ ਮਾਂ ਮਰੀਮ ਨੇ ਉਹਨਾਂ ਨਾਲ ਆਰਗੂਮੈਂਟ ਨਹੀਂ ਕੀਤਾ। ਉਸ ਟਾਈਮ ਮਰੀਮ ਨੇ ਜਾ ਕੇ ਉਹਨਾਂ ਨੂੰ ਕੋਈ ਸਫਾਈ ਨਹੀਂ ਦਿੱਤੀ। ਇਹ ਕਿੱਦਾਂ ਪੋਸੀਬਲ ਸੀ? ਇਹ ਪੋਸੀਬਲ ਤਾਂ ਹੋਇਆ ਜੇ ਪਰਮੇਸ਼ਰ ਦੀ ਫੇਵਰ ਤੇ ਗ੍ਰੇਸ ਉਹਦੇ ਉੱਤੇ ਸੀ। ਇਹ ਗ੍ਰੇਸ ਕਿਉਂ ਮਿਲੀ? ਕਿਉਂਕਿ ਯਿਸੂ ਮਸੀਹ ਦਾ ਜਨਮ ਉਹਦੇ ਥਰੂ ਹੋਣਾ ਸੀ। ਹਾਲੇਲੂਇਆ। ਅੱਜ ਅਸੀਂ ਆਪਣੀ ਲਾਈਫ ਦੇ ਵਿੱਚ ਜਦੋਂ ਇੱਕ ਵੱਡੀ ਬਲੈਸਿੰਗ ਨੂੰ ਜਨਮ ਦੇਣ ਵਾਲੇ ਹੁੰਦੇ ਆ, ਪਰਮੇਸ਼ਰ ਸਾਨੂੰ ਗ੍ਰੇਸ ਦਿੰਦੇ ਨੇ ਕਿ ਅਸੀਂ ਲੋਕਾਂ ਦੀਆਂ ਗੱਲਾਂ 'ਚ ਉਲਝ ਨਾ ਜਾਈਏ, ਪਰ ਆਪਣੀ ਉਸ ਬਲੈਸਿੰਗ ਦੇ ਉੱਤੇ ਉਸ ਕੰਮ ਤੇ ਕਨਸੈਂਟਰੇਟ ਕਰੀਏ। ਪਰ ਬਹੁਤ ਵਾਰ ਅਸੀਂ ਬਲੈਸਿੰਗ ਲੈ ਕੇ ਗ੍ਰੇਸ ਨਹੀਂ ਮੰਗਦੇ ਤੇ ਉਹ ਬਲੈਸਿੰਗ ਨੂੰ ਅਸੀਂ ਖਰਾਬ ਕਰ ਲੈਂਦੇ ਹਾਂ। ਹਾਲੇਲੂਇਆ। ਅੱਜ ਦੇ ਇਸ ਕ੍ਰਿਸਮਸ ਦੇ ਪ੍ਰੋਗਰਾਮ ਦੇ ਉੱਤੇ ਸਾਨੂੰ ਇਹ ਸਿੱਖਣਾ ਕਿ ਅਸੀਂ ਪਰਮੇਸ਼ਰ ਦੀ ਉਸ ਫੇਵਰ ਦੇ ਨਾਲ ਨਾਲ ਉਸ ਗ੍ਰੇਸ ਨੂੰ ਵੀ ਲੈ ਸਕੀਏ। ਹਾਲੇਲੂਇਆ। ਅਸੀਂ ਰੁਕਾਂਗੇ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਮੈਂ ਤੁਹਾਨੂੰ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਦੱਸਾਂਗਾ ਕਿ ਕਿਸ ਤਰ੍ਹਾਂ ਇਸ ਤੋਂ ਬਾਅਦ ਵੀ ਪਰਮੇਸ਼ਰ ਦਾ ਆਤਮਾ ਵਾਈਸ ਮੈਨਸ ਨੂੰ ਵੀ ਉਹਨਾਂ ਨੂੰ ਵੀ ਲੀਡ ਕਰਦਾ ਰਿਹਾ ਕਿ ਕਿੱਦਾਂ ਉਹ ਜਾ ਕੇ ਉਸ ਬਾਲਕ ਨੂੰ ਦੇਖਣ।
शालोम एवरीवन, एशियन चर्च ऑफ क्राइस्ट वैंकूवर बीसी की तरफ से आप सबको क्रिसमस की बहुत बहुत शुभकामनाएं। परमेश्वर के वचन में लूका रचित सुसमाचार उसका 2 अध्याय में ऐसे लिखा है, उस देश में कितने गडरिये थे जो रात को मैदान में रहकर अपने झुंड का पहरा देते थे, और प्रभु का एक दूत उनके पास आ खड़ा हुआ और प्रभु का तेज उनके चारों ओर चमका और वे बहुत डर गए। तब स्वर्गदूत ने उनसे कहा, मत डरो, क्योंकि देखो मैं तुम्हें बड़े आनंद का सुसमाचार सुनाता हूँ जो सब लोगों के लिए होगा, कि आज दाऊद के नगर में तुम्हारे लिए एक उद्धारकर्ता जन्मा है और यही मसीह प्रभु है। हालेलुया। तो आइए मेरे प्रियो, हम बड़े दिन को परमेश्वर के भवन में उसकी पवित्र हजूरी में सेलिब्रेट करें एट 660 ईस्ट 51st एवेन्यू वैंकूवर BC on 25th December at 1 p.m. Come, join us and be blessed. God bless you. ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦੇ ਵਿੱਚ। ਅਸੀਂ ਦੇਖ ਰਹੇ ਹਾਂ ਪ੍ਰਭੂ ਯਿਸੂ ਮਸੀਹ ਦੇ ਜਨਮ ਦੇ ਬਾਰੇ। ਮੈਂ ਤੁਹਾਨੂੰ ਦੱਸਿਆ ਜਦੋਂ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਣਾ ਸੀ, ਉਸ ਤੋਂ ਪਹਿਲਾਂ ਮਾਂ ਮਰੀਅਮ ਨੂੰ ਸਵਰਗਦੂਤ ਨੇ ਆ ਕੇ ਜਦੋਂ ਉਹਨੂੰ ਇੱਕ ਮੈਸੇਜ ਦਿੱਤਾ, ਉਹਨੂੰ ਕਿਹਾ ਕਿ ਤੇਰੇ ਉੱਤੇ ਪਰਮੇਸ਼ਰ ਦੀ ਫੇਵਰ ਹੋਈ ਹੈ। ਪਰਮੇਸ਼ਰ ਨੇ ਉਹਨੂੰ ਫੇਵਰ ਵੀ ਦਿੱਤੀ, ਗ੍ਰੇਸ ਵੀ ਦਿੱਤੀ, ਤਾਂ ਕਿ ਉਹ ਯਿਸੂ ਮਸੀਹ ਨੂੰ ਕੈਰੀ ਕਰ ਸਕੇ, ਉਹਨੂੰ ਪੈਦਾ ਕਰ ਸਕੇ। ਅੱਜ ਅਸੀਂ ਆਪਣੀ ਸਭ ਤੋਂ ਵੱਡੀ ਬਲੈਸਿੰਗ ਨੂੰ ਜਦੋਂ ਜਨਮ ਦੇਣ ਵਾਲੇ ਹੁੰਦੇ ਹਾਂ, ਅਸੀਂ ਪਰਮੇਸ਼ਰ ਤੋਂ ਗ੍ਰੇਸ ਨਹੀਂ ਮੰਗਦੇ। ਅਸੀਂ ਉਸ ਬਲੈਸਿੰਗ ਨੂੰ ਹੀ ਲੈ ਕੇ ਇੰਨਾ ਖੁਸ਼ ਹੋ ਜਾਂਦੇ ਹਾਂ ਕਿ ਕਦੇ-ਕਦੇ ਉਹ ਬਲੈਸਿੰਗ ਨੂੰ ਅਸੀਂ ਡਿਲੀਵਰ ਵੀ ਨਹੀਂ ਹੋਣ ਦਿੰਦੇ। ਅਸੀਂ ਉਸ ਬਲੈਸਿੰਗ ਨੂੰ ਡਿਲੀਵਰ ਹੋਣ ਤੋਂ ਪਹਿਲਾਂ ਹੀ ਪ੍ਰੋਬਲਮਸ ਦੇਖਦੇ ਹਾਂ। ਪਰਮੇਸ਼ਰ ਨੇ ਮਾਂ ਮਰੀਮ ਨੂੰ ਗ੍ਰੇਸ ਵੀ ਦਿੱਤੀ ਤਾਂ ਕਿ ਉਹਨਾਂ ਨੂੰ ਉਸ ਟਾਈਮ 'ਤੇ ਸਭ ਕੁਝ ਸਹਿ ਕੇ ਯਿਸੂ ਮਸੀਹ ਨੂੰ ਜਨਮ ਦੇਣ ਦੇ ਵਿੱਚ ਪ੍ਰੋਬਲਮ ਨਾ ਆਵੇ। ਅਸੀਂ ਦੇਖਦੇ ਹਾਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਮੱਤੀ ਰਚੀ ਸੁਸਮਾਚਾਰ 2 ਅਧਿਆਏ ਦੇ ਵਿੱਚ, ਉੱਥੇ ਇੱਕ ਹੋਰ ਬੜੇ ਭੇਦ ਦੀ ਗੱਲ ਲਿਖੀ ਹੋਈ ਹੈ। ਅਸੀਂ ਦੇਖਾਂਗੇ 5 ਆਇਤ ਤੋਂ ਲਿਖਿਆ, ਉਹਨਾਂ ਨੇ ਉੱਤਰ ਦਿੱਤਾ, ਯਹੂਦਾ ਦੇਸ਼ ਦੇ ਨਗਰ ਬੈਤਲਹਮ ਵਿੱਚ ਇਸ ਦੇ ਬਾਰੇ ਨਬੀ ਨੇ ਇਸ ਤਰ੍ਹਾਂ ਲਿਖਿਆ ਹੈ, ਹੇ ਯਹੂਦਾ ਦੇਸ਼ ਦੇ ਨਗਰ ਬੈਤਲਹਮ, ਤੂੰ ਯਹੂਦਾ ਦੇ ਸ਼ਾਸਕਾਂ ਵਿੱਚੋਂ ਕਿਸੇ ਨਾਲੋਂ ਘੱਟ ਨਹੀਂ ਹੈ, ਕਿਉਂਕਿ ਤੇਰੇ ਵਿੱਚ ਇੱਕ ਸਰਦਾਰ ਪੈਦਾ ਹੋਵੇਗਾ ਜੋ ਮੇਰੇ ਲੋਕਾਂ ਇਜ਼ਰਾਈਲ ਦੀ ਅਗਵਾਈ ਕਰੇਗਾ। ਇਸ ਲਈ ਹੈਰੋਦੇਸ ਨੇ ਪੰਡਤਾਂ ਨੂੰ ਗੁਪਤ ਤੌਰ 'ਤੇ ਸੱਦ ਕੇ ਇਹ ਪੁੱਛਿਆ, ਇਹ ਤਾਰਾ ਠੀਕ ਕਿਸ ਸਮੇਂ ਦਿਖਾਈ ਦਿੱਤਾ ਸੀ? ਫਿਰ ਉਹਨਾਂ ਨੂੰ ਇਹ ਕਹਿ ਕੇ ਵਿਦਾ ਕੀਤਾ, ਜਾਓ ਅਤੇ ਬੱਚੇ ਦੇ ਬਾਰੇ ਠੀਕ ਪਤਾ ਕਰੋ, ਅਤੇ ਜਦੋਂ ਉਹ ਮਿਲ ਜਾਵੇ ਤਾਂ ਮੈਨੂੰ ਵੀ ਆ ਕੇ ਦੱਸੋ, ਤਾਂ ਜੋ ਮੈਂ ਵੀ ਜਾ ਕੇ ਉਸ ਦੇ ਦਰਸ਼ਨ ਕਰਾਂ। ਰਾਜਾ ਦੀ ਗੱਲ ਸੁਣ ਕੇ ਉਹ ਚਲੇ ਗਏ। ਰਾਹ ਵਿੱਚ ਫਿਰ ਉਹਨੂੰ ਤਾਰਾ ਦੇਖਿਆ। ਉਹ ਤਾਰਾ ਦੇਖਿਆ ਜਿਹੜਾ ਉਹਨਾਂ ਪੂਰਬ ਵਿੱਚ ਦੇਖਿਆ ਸੀ। ਉਹ ਤਾਰਾ ਉਹਨਾਂ ਦੇ ਅੱਗੇ ਚੱਲਿਆ ਅਤੇ ਜਿੱਥੇ ਬੱਚਾ ਸੀ ਉਸ ਥਾਂ ਦੇ ਉੱਤੇ ਜਾ ਕੇ ਠਹਿਰ ਗਿਆ। ਹਾਲੇਲੂਇਆ। ਬਾਈਬਲ ਦੱਸਦੀ ਹੈ ਜਦੋਂ ਮਾਂ ਮਰੀਅਮ ਨੂੰ ਸਵਰਗਦੂਤ ਨੇ ਦੱਸਿਆ, ਉਸ ਤੋਂ ਬਾਅਦ ਮੈਂ ਪਿਛਲੇ ਹਫਤੇ ਵੀ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਯਿਸੂ ਮਸੀਹ ਨੂੰ ਜਾ ਕੇ ਬੈਤਲਹਮ ਦੇ ਵਿੱਚ ਉਸ ਖੁਰਲੀ ਦੇ ਵਿੱਚ ਉਹਨੂੰ ਜਨਮ ਦਿੱਤਾ ਗਿਆ, ਉਹਨੂੰ ਕੱਪੜੇ 'ਚ ਲਪੇਟ ਕੇ ਰੱਖ ਦਿੱਤਾ ਗਿਆ। ਉਸ ਚਰਵਾਹਿਆਂ ਨੇ ਉਹਨੂੰ ਜਾ ਕੇ ਦੇਖਿਆ। ਇਸ ਤੋਂ ਬਾਅਦ 3 ਵਾਈਜ਼ ਮੈਨ, ਉਹ ਪੰਡਿਤ ਜੋ ਜਾ ਕੇ ਯਿਸੂ ਮਸੀਹ ਨੂੰ ਦੇਖਣਾ ਚਾਹੁੰਦੇ ਸੀ, ਇੱਕ ਤਾਰੇ ਨੇ ਉਹਨਾਂ ਦੀ ਅਗਵਾਈ ਕੀਤੀ। ਬਾਈਬਲ ਕਹਿੰਦੀ ਉਹਨਾਂ ਨੇ ਇੱਕ ਤਾਰਾ ਦੇਖਿਆ। ਉਹ ਤਾਰਾ ਉਹਨਾਂ ਦੀ ਅਗਵਾਈ ਕਰ ਰਿਹਾ ਸੀ ਕਿ ਯਿਸੂ ਮਸੀਹ ਕਿਸ ਜਗ੍ਹਾ 'ਤੇ ਹੈ, ਉਹਨਾਂ ਨੂੰ ਉੱਥੇ ਲੈ ਕੇ ਜਾ ਰਿਹਾ ਸੀ। ਪਰ ਰਾਹ ਦੇ ਵਿੱਚ ਜਦੋਂ ਉਹ ਜਾ ਰਹੇ ਸੀ ਤਾਂ ਉਹਨਾਂ ਨੇ ਹੈਰੋਦੇਸ ਰਾਜਾ ਦੇ ਕੋਲ ਉਹ ਗਏ ਅਤੇ ਜਾ ਕੇ ਪੁੱਛਿਆ ਕਿ ਉਹ ਰਾਜਾ ਦਾ ਜਨਮ ਕਿੱਥੇ ਹੋਇਆ ਜਿਹਦੇ ਵਾਸਤੇ ਤਾਰਾ ਸਾਨੂੰ ਲੀਡ ਕਰ ਰਿਹਾ। ਬਾਈਬਲ ਦੱਸਦੀ ਹੈ ਜਿਵੇਂ ਹੀ ਉਹ ਹੈਰੋਦੇਸ ਕੋ ਗਏ, ਹੈਰੋਦੇਸ ਘਬਰਾ ਗਿਆ, ਲੋਕ ਘਬਰਾ ਗਏ ਕਿ ਮੇਰੇ ਤੋਂ ਇਲਾਵਾ ਹੋਰ ਕਿਹੜਾ ਰਾਜਾ ਪੈਦਾ ਹੋ ਗਿਆ। ਜਦੋਂ ਉਹਨੇ ਦੇਖਿਆ ਕਿ ਇੱਕ ਬੱਚੇ ਦੀ ਗੱਲ ਹੋ ਰਹੀ ਆ, ਉਹਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਜਾਓ, ਜਾ ਕੇ ਉਹਨੂੰ ਮਿਲੋ ਅਤੇ ਮੈਨੂੰ ਵੀ ਦੱਸੋ ਕਿੱਥੇ ਹੈ, ਤਾਂ ਕਿ ਮੈਂ ਜਾ ਕੇ ਉਹਨੂੰ ਪ੍ਰਣਾਮ ਕਰ ਸਕਾਂ। ਜਦ ਕਿ ਉਹਦੇ ਮਨ ਦੀ ਮਨਸ਼ਾ ਇਹ ਸੀ ਕਿ ਉਹ ਜਾ ਕੇ ਉਹਨੂੰ ਮਾਰ ਦੇਵੇ। ਪਰ ਇੱਥੇ ਭੇਦ ਦੀ ਗੱਲ ਦੱਸਣ ਵਾਲੀ ਇਹ ਹੈ ਕਿ ਜਦੋਂ ਉਹ ਗਏ ਉਸ ਟਾਈਮ ਤਾਰਾ ਉਹਨੂੰ ਅਗਵਾਈ ਕਰ ਰਿਹਾ ਸੀ, ਪਰ ਜਦੋਂ ਹੈਰੋਦੇਸ ਦੇ ਨਾਲ ਉਹ ਐਨਕਾਊਂਟਰ ਕੀਤਾ ਉਹਨਾਂ ਨੇ, ਤਾਰਾ ਉੱਥੋਂ ਗਾਇਬ ਹੋ ਗਿਆ। ਜਿਵੇਂ ਹੀ ਉਹ ਹੈਰੋਦੇਸ ਤੋਂ ਮਿਲ ਕੇ ਵਾਪਸ ਆਏ, ਤਾਰਾ ਫਿਰ ਉਹਨਾਂ ਦੀ ਅਗਵਾਈ ਕਰਨ ਲੱਗਿਆ। ਇਹਦਾ ਮਤਲਬ ਕੀ ਕਿ ਜਦੋਂ ਅਸੀਂ ਆਪਣੇ ਕਿਸੇ ਬਹੁਤ ਵੱਡੇ ਬਲੈਸਿੰਗ ਦੇ ਨੇੜੇ ਹੁੰਦੇ ਹਾਂ ਪਰ ਸਾਡੀ ਡਾਇਰੈਕਸ਼ਨ ਗਲਤ ਪਾਸੇ ਹੋ ਜਾਂਦੀ ਹੈ ਤਾਂ ਪਰਮੇਸ਼ਵਰ ਸਾਨੂੰ ਲੀਡ ਕਰਨਾ ਬੰਦ ਕਰ ਦਿੰਦੇ ਨੇ।
ਪਰਮੇਸ਼ਰ ਸਾਨੂੰ ਗਾਈਡ ਕਰਨਾ ਬੰਦ ਕਰ ਦਿੰਦੇ ਨੇ। ਬਾਈਬਲ ਕਹਿੰਦੀ ਜਿਵੇਂ ਹੀ ਉਹ ਹੈਰੋਦੇਸ ਦੇ ਉਸ ਦਾਇਰੇ ਤੋਂ ਬਾਹਰ ਨਿਕਲੇ, ਤਾਰਾ ਫਿਰ ਤੋਂ ਉਹਨਾਂ ਦੀ ਅਗਵਾਈ ਕਰਨ ਲੱਗਿਆ। ਹਾਲੇਲੂਇਆ। ਜਦੋਂ ਅਸੀਂ ਆਪਣੀ ਬਲੈਸਿੰਗ ਨੂੰ ਡਿਲੀਵਰ ਕਰਨਾ, ਸਾਨੂੰ ਪਰਮੇਸ਼ਰ ਦੀ ਗ੍ਰੇਸ ਚਾਹੀਦੀ ਹੈ। ਕਿਉਂ? ਤਾਂ ਕਿ ਅਸੀਂ ਲੋਕਾਂ ਦੀਆਂ ਗੱਲਾਂ ਨੂੰ ਸੁਣ ਕੇ ਅਸੀਂ ਡਿਸਟਰਬ ਨਾ ਹੋਈਏ, ਪਰ ਅਸੀਂ ਆਪਣੇ ਉਸ ਕੰਮ ਤੇ ਕਨਸੈਂਟਰੇਟ ਕਰੀਏ ਕਿ ਕਿਸ ਤਰ੍ਹਾਂ ਅਸੀਂ ਉਸ ਬਲੈਸਿੰਗ ਨੂੰ ਡਿਲੀਵਰ ਕਰਨਾ, ਕਿਸ ਤਰ੍ਹਾਂ ਅਸੀਂ ਪਰਮੇਸ਼ਰ ਦੇ ਵਿੱਚ ਖੜੇ ਰਹਿਣਾ। ਇਹੀ ਗੱਲ ਮਾਂ ਮਰੀਅਮ ਨੇ ਕੀਤੀ, ਕਿਉਂਕਿ ਉਹਨੂੰ ਗ੍ਰੇਸ ਮਿਲੀ, ਉਹਨੂੰ ਫੇਵਰ ਵੀ ਮਿਲੀ, ਉਹਨੂੰ ਗ੍ਰੇਸ ਵੀ ਮਿਲੀ। ਇਹੀ ਚੀਜ਼ ਜਦੋਂ ਵਾਈਸਮੈਨ, ਜਦੋਂ ਉਹਨਾਂ ਨੇ ਦੇਖਿਆ ਕਿ ਤਾਰਾ ਜੋ ਕਿ ਸਾਨੂੰ ਅਗਵਾਈ ਕਰ ਰਿਹਾ ਉਸ ਰਾਜਾ ਤੱਕ, ਯਿਸੂ ਮਸੀਹ ਤੱਕ ਲਿਜਾਣ ਤੱਕ, ਉਹ ਤਾਰੇ ਦੇ ਪਿੱਛੇ ਚੱਲਣ ਲੱਗੇ। ਜਿਵੇਂ ਹੀ ਉਹ ਚੱਲਣ ਲੱਗੇ, ਉਹ ਚੱਲਦੇ ਰਹੇ। ਜਦੋਂ ਉਹ ਹੈਰੋਦੇਸ ਦੇ ਕੰਟੈਕਟ 'ਚ ਆਏ, ਉਹ ਜੋ ਕਿ ਨਹੀਂ ਚਾਹੁੰਦਾ ਸੀ ਕਿ ਯਿਸੂ ਮਸੀਹ ਦਾ ਜਨਮ ਹੋਵੇ, ਉਹ ਨਹੀਂ ਚਾਹੁੰਦਾ ਸੀ ਯਿਸੂ ਮਸੀਹ ਜਿਉਂਦੇ ਰਹਿਣ, ਉਹ ਤਾਰਾ ਗਾਇਬ ਹੋ ਗਿਆ। ਕਿਉਂ ਗਾਇਬ ਹੋ ਗਿਆ? ਕਿਉਂਕਿ ਉਹਨਾਂ ਦੀ ਲੋਕੇਸ਼ਨ ਗਲਤ ਹੋ ਗਈ ਸੀ। ਜਦੋਂ ਅਸੀਂ ਪਰਮੇਸ਼ਵਰ ਤੋਂ ਹਟ ਕੇ ਆਪਣੀ ਲੋਕੇਸ਼ਨ ਨੂੰ ਚੇਂਜ ਕਰਦੇ ਹਾਂ, ਅਗਵਾਈ ਬੰਦ ਹੋ ਜਾਂਦੀ ਹੈ, ਪਰਮੇਸ਼ਵਰ ਗੱਲ ਨਹੀਂ ਕਰਦੇ। ਪਰ ਜਿਵੇਂ ਹੀ ਫਿਰ ਅਸੀਂ ਤੌਬਾ ਕਰਕੇ, ਫਿਰ ਅਸੀਂ ਪਾਪਾਂ ਤੋਂ ਮਨ ਫਿਰਾ ਕੇ ਪ੍ਰਭੂ ਯਿਸੂ ਮਸੀਹ ਦੇ ਕੋਲ ਫਿਰ ਤੋਂ ਆਉਂਦੇ ਹਾਂ, ਉਹ ਤਾਰਾ ਫਿਰ ਅਗਵਾਈ ਕਰਨ ਲੱਗਦਾ, ਉਹ ਫਿਰ ਤੋਂ ਪਰਮੇਸ਼ਵਰ ਸਾਨੂੰ ਲੀਡ ਕਰਨ ਲੱਗਦਾ, ਗਾਈਡ ਕਰਨ ਲੱਗਦਾ। ਹਾਲੇਲੂਇਆ। ਬਾਈਬਲ ਦੱਸਦੀ ਹੈ ਜਿਵੇਂ ਹੀ ਉਹ ਉਸ ਜਗ੍ਹਾ ਤੋਂ ਉਹ ਛੁੱਟ ਕੇ ਰਾਜੇ ਦੀ ਗੱਲ ਸੁਣ ਕੇ ਅੱਗੇ ਗਏ, ਲਿਖਿਆ ਉਹ ਤਾਰਾ ਉਹਨਾਂ ਦੇ ਅੱਗੇ ਅੱਗੇ ਚੱਲਿਆ ਤੇ ਜਿੱਥੇ ਬੱਚਾ ਸੀ ਉਸ ਥਾਂ ਉੱਤੇ ਜਾ ਕੇ ਠਹਿਰ ਗਿਆ। ਹਾਲੇਲੂਇਆ। ਯਿਸੂ ਮਸੀਹ ਇੱਕ ਸਧਾਰਨ ਬੱਚਾ ਨਹੀਂ ਸੀ। ਯਿਸੂ ਮਸੀਹ ਦਾ ਜਨਮ ਇੱਕ ਪਰਪਸ ਦੇ ਤਹਿਤ ਹੋਇਆ ਸੀ। ਇਸੇ ਲਈ ਹੈਰੋਦੇਸ ਉਸ ਟਾਈਮ ਤਾਰੇ ਨੂੰ ਨਹੀਂ ਦੇਖ ਸਕਿਆ, ਫੋਲੋ ਨਹੀਂ ਕਰ ਸਕਿਆ, ਕਿਉਂਕਿ ਉਸ ਟਾਈਮ ਯਿਸੂ ਮਸੀਹ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਸੀ। ਯਿਸੂ ਮਸੀਹ ਦਾ ਜਨਮ ਇੱਕ ਯੋਜਨਾ ਦੇ ਤਹਿਤ ਹੋਇਆ ਸੀ। ਉਹ ਤੁਹਾਡੇ ਤੇ ਮੇਰੇ ਪਾਪਾਂ ਲਈ ਮਰ ਜਾਵੇ, ਉਹ ਤੁਹਾਡੇ ਤੇ ਮੇਰੇ ਪਾਪਾਂ ਲਈ ਜੀ ਉੱਠੇ, ਉਹ ਕੁਰਬਾਨੀ ਨੂੰ ਦਵੇ। ਇਹ ਉਹਦਾ ਪਰਪਸ ਸੀ, ਇਹ ਉਹਦੇ ਪੈਦਾ ਹੋਣ ਦੀ ਵਜ੍ਹਾ ਸੀ। ਹਾਲੇਲੂਇਆ। ਇਹਦੇ ਲਈ ਪਰਮੇਸ਼ਰ ਨੇ ਮਾਂ ਮਰੀਅਮ ਨੂੰ ਗ੍ਰੇਸ ਦਿੱਤੀ, ਉਹਨਾਂ ਵਾਈਸਮੈਨ ਨੂੰ, ਉਹਨਾਂ ਪੰਡਤਾਂ ਨੂੰ ਸਮਝ ਦਿੱਤੀ, ਤਾਂ ਕਿ ਪਰਮੇਸ਼ਰ ਦਾ ਕੰਮ ਮਿੱਥੇ ਸਮੇਂ ਤੇ ਸਹੀ ਤਰੀਕੇ ਨਾਲ, ਸਹੀ ਢੰਗ ਦੇ ਨਾਲ ਪੂਰਾ ਹੋ ਸਕੇ। ਹਾਲੇਲੂਇਆ। ਅਸੀਂ ਆਪਣੀ ਲਾਈਫ ਦੇ ਵਿੱਚ ਜੇ ਪਰਮੇਸ਼ਰ ਦਾ ਕੰਮ ਕਰਨਾ, ਸਾਨੂੰ ਕਨਸੈਂਟਰੇਸ਼ਨ ਦੇ ਨਾਲ ਧਿਆਨ ਰੱਖਣਾ ਪਏਗਾ। ਸਾਡੀ ਲੋਕੇਸ਼ਨ ਕਿਤੇ ਗਲਤ ਤਾਂ ਨਹੀਂ ਹੋ ਰਹੀ, ਅਸੀਂ ਗਲਤ ਪਾਸੇ ਤਾਂ ਨਹੀਂ ਜਾ ਰਹੇ, ਕਿਤੇ ਅਸੀਂ ਫਰਸਟ੍ਰੇਟ ਹੋ ਕੇ ਆਪਣੀ ਬਲੈਸਿੰਗ ਨੂੰ ਖਰਾਬ ਤਾਂ ਨਹੀਂ ਕਰ ਰਹੇ। ਹਾਲੇਲੂਇਆ। ਅਸੀਂ ਇਹਨਾਂ ਚੀਜ਼ਾਂ ਨੂੰ ਦੇਖੀਏ ਤਾਂ ਕਿ ਅਸੀਂ ਉਸ ਵੱਡੇ ਕੰਮ ਨੂੰ ਜਿਹਦੇ ਵਾਸਤੇ ਸਾਡਾ ਚੁਣਾਵ ਹੋਇਆ, ਅਸੀਂ ਕਰ ਸਕੀਏ ਜਿਵੇਂ ਯਿਸੂ ਮਸੀਹ ਨੇ ਕੀਤਾ। ਹਾਲੇਲੂਇਆ। ਅਸੀਂ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਕਿ ਪ੍ਰਭੂ ਯਿਸੂ ਮਸੀਹ ਦੇ ਜਨਮ ਦਾ ਮਕਸਦ ਕੀ ਸੀ, ਕੀ ਬਾਈਬਲ ਕਹਿੰਦੀ ਹੈ, ਕਿਉਂ ਉਹਨੇ ਜਨਮ ਲਿਆ। ਮੈਂ ਤੁਹਾਡੇ ਸਾਰਿਆਂ ਲਈ ਉਸ ਤੋਂ ਬਾਅਦ ਦੁਆ ਕਰਾਂਗਾ ਤੇ ਮੇਰਾ ਫੇਥ ਹੈ ਪਰਮੇਸ਼ਰ ਤੁਹਾਡੇ ਨਾਲ ਗੱਲ ਕਰਾਂਗੇ। आलम एवरीवन, एशियन चर्च ऑफ क्राइस्ट वैंकूवर BC की तरफ से आप सबको क्रिसमस की बहुत बहुत शुभकामनाएं। परमेश्वर के वचन में लूका रचित सुसमाचार उसका 2 अध्याय में ऐसे लिखा है, उस देश में कितने गडरिये थे जो रात को मैदान में रहकर अपने झुंड का पहरा देते थे, और प्रभु का एक दूत उनके पास आ खड़ा हुआ और प्रभु का तेज उनके चारों ओर चमका और वे बहुत डर गए। तब स्वर्गदूत ने उनसे कहा, मत डरो, क्योंकि देखो मैं तुम्हें बड़े आनंद का सुसमाचार सुनाता हूँ जो सब लोगों के लिए होगा, कि आज दाऊद के नगर में तुम्हारे लिए एक उद्धारकर्ता जन्मा है, और यही मसीह प्रभु है। हालेलुया। तो आइए मेरे प्रियो, हम बड़े दिन को परमेश्वर के भवन में उसकी पवित्र हजूरी में सेलिब्रेट करें एट 660 ईस्ट 51st एवेन्यू वैंकूवर BC on 25th December at 1 p.m. Come, join us and be blessed. God bless you. ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦੇ ਵਿੱਚ। ਅਸੀਂ ਦੇਖ ਰਹੇ ਹਾਂ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦੇ ਬਾਰੇ। ਮੈਂ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਜਦੋਂ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ, ਮਾਂ ਮਰੀਅਮ ਦੇ ਉੱਤੇ ਜਦੋਂ ਸਵਰਗਦੂਤ ਨੇ ਭੇਦ ਨੂੰ ਜ਼ਾਹਿਰ ਕੀਤਾ ਕਿ ਤੁਹਾਨੂੰ ਪਰਮੇਸ਼ਰ ਦੀ ਫੇਵਰ ਤੇ ਗ੍ਰੇਸ ਮਿਲੇਗੀ ਤਾਂ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਤੁਹਾਡੇ ਥਰੂ ਹੋ ਸਕੇ। ਉਸ ਤੋਂ ਬਾਅਦ
ਉਹਨਾਂ 3 ਵਾਈਜ਼ ਮੈਨ ਨੂੰ, ਉਹਨਾਂ ਪੰਡਿਤਾਂ ਨੂੰ ਜਦੋਂ ਤਾਰੇ ਨੇ ਅਗਵਾਈ ਕੀਤੀ, ਉਹ ਕਿਸ ਤਰ੍ਹਾਂ ਉਹਨੂੰ ਫੋਲੋ ਕਰਕੇ ਯਿਸੂ ਮਸੀਹ ਵੱਲ ਜਾ ਰਹੇ ਸੀ, ਪਰ ਡਾਇਰੈਕਸ਼ਨ ਗਲਤ ਹੋਣ ਕਰਕੇ ਤਾਰਾ ਗਾਇਬ ਹੋ ਗਿਆ। ਫਿਰ ਤੋਂ ਜਦੋਂ ਤਾਰਾ ਉਹਨਾਂ ਨੂੰ ਨਜ਼ਰ ਆਇਆ, ਉਹ ਉਦੋਂ ਨਜ਼ਰ ਆਇਆ ਜਦੋਂ ਉਹ ਹੈਰੋਦੇਸ ਤੋਂ ਬਾਹਰ ਜਾ ਚੁੱਕੇ ਸੀ। ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਇਹਨਾਂ ਸਭ ਚੀਜ਼ਾਂ ਦੇ ਪਿੱਛੇ ਕੀ ਵਜ੍ਹਾ ਸੀ, ਯਿਸੂ ਮਸੀਹ ਦਾ ਐਕਚੁਅਲੀ ਜਨਮ ਕਿਉਂ ਹੋਇਆ ਸੀ। ਬਾਈਬਲ ਕਹਿੰਦੀ ਜਦੋਂ ਯਿਸੂ ਮਸੀਹ ਨੇ ਆਪਣੀ ਸੇਵਕਾਈ ਸ਼ੁਰੂ ਕੀਤੀ, ਸੇਵਕਾਈ ਸ਼ੁਰੂ ਕਰਨ ਤੋਂ ਬਾਅਦ ਉਹਨੇ ਸਭ ਤੋਂ ਪਹਿਲਾਂ ਆਰਾਧਨਾਲਯ ਦੇ ਵਿੱਚ ਜਾ ਕੇ ਸਭ ਤੋਂ ਪਹਿਲਾ ਜੋ ਵਚਨ ਬੋਲਿਆ, ਮੈਂ ਤੁਹਾਡੇ ਲਈ ਪੜਾਂਗਾ ਲੂਕਾ ਰਚਿਤ ਸੁਸਮਾਚਾਰ ਉਹਦਾ 4 ਅਧਿਆਇ ਉਹਦੀ 18 ਆਇਤ ਤੋਂ। ਇੱਥੇ ਲਿਖਿਆ, ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਉਸਨੇ ਮੈਨੂੰ ਅਭਿਸ਼ੇਕ ਕੀਤਾ ਹੈ, ਮੈਂ ਗਰੀਬਾਂ ਨੂੰ ਸ਼ੁਭ ਸਮਾਚਾਰ ਸੁਣਾਵਾਂ। ਉਸਨੇ ਮੈਨੂੰ ਘੱਲਿਆ ਹੈ ਕਿ ਮੈਂ ਬੰਦੀਆਂ ਨੂੰ ਮੁਕਤੀ ਦਾ, ਨੇਤਰਹੀਣਾਂ ਨੂੰ ਦ੍ਰਿਸ਼ਟੀ ਦਾ ਸੰਦੇਸ਼ ਸੁਣਾਵਾਂ, ਮੈਂ ਪੀੜਤਾਂ ਨੂੰ ਸੁਤੰਤਰ ਕਰਾਂ ਅਤੇ ਉਸ ਸਮੇਂ ਦੀ ਮੁਨਾਦੀ ਕਰਾਂ ਜਦੋਂ ਪ੍ਰਭੂ ਆਪਣੇ ਲੋਕਾਂ ਨੂੰ ਛੁਟਕਾਰਾ ਦੇਵੇਗਾ। ਹਾਲੇਲੂਇਆ। ਇਹ ਪ੍ਰਭੂ ਯਿਸੂ ਮਸੀਹ ਦੇ ਪੈਦਾ ਹੋਣ ਦੀ, ਉਹਦੇ ਜਨਮ ਲੈਣ ਦੀ ਵਜ੍ਹਾ ਸੀ। ਕੀ ਵਜ੍ਹਾ ਸੀ? ਕਿ ਉਹ ਸਾਨੂੰ ਛੁਡਾਵੇ, ਗਰੀਬਾਂ ਨੂੰ ਉਹ ਛੁਡਾਵੇ, ਉਹ ਬਿਮਾਰਾਂ ਨੂੰ ਛੁਡਾਵੇ, ਨੇਤਰਹੀਣਾਂ ਨੂੰ ਅੱਖਾਂ ਦੇਵੇ, ਲੰਗੜਿਆਂ ਨੂੰ, ਅੰਨ੍ਹਿਆਂ ਨੂੰ ਚਲਾਵੇ, ਸਾਡੇ ਪਾਪਾਂ ਤੋਂ ਸਾਨੂੰ ਉਹ ਮਾਫ ਕਰੇ, ਆਪਣੇ ਬਲੀਦਾਨ ਨੂੰ ਦੇਵੇ ਤਾਂ ਕਿ ਅਸੀਂ ਪਾਪੀ ਨਾ ਠਹਿਰੀਏ, ਬਲਕਿ ਅਸੀਂ ਉੱਤੇ ਫੇਥ ਕਰਨ ਦੇ ਦੁਆਰਾ ਬਚਾਏ ਜਾਈਏ। ਹੁਣ ਮੈਂ ਤੁਹਾਨੂੰ ਦੱਸਦਾ ਕਿ ਕੀ ਇਹ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਆਪਣੇ ਵੱਲੋਂ ਇਹ ਵਚਨ ਕਹੇ? ਨਹੀਂ, ਮੈਂ ਤੁਹਾਨੂੰ ਦੱਸਿਆ ਪ੍ਰਭੂ ਯਿਸੂ ਮਸੀਹ ਦੇ ਪੈਦਾ ਹੋਣ ਤੋਂ ਸੈਂਕੜੇ ਸਾਲ ਪਹਿਲਾਂ ਇਹ ਭਵਿੱਖਬਾਣੀਆਂ ਹੋਈਆਂ। ਯਸ਼ਾਇਆ ਨਬੀ ਨੇ 61 ਅਧਿਆਇ ਦੇ ਵਿੱਚ ਲਿਖਿਆ, ਪ੍ਰਭੂ ਪਰਮੇਸ਼ਰ ਦਾ ਆਤਮਾ ਮੇਰੇ ਉੱਤੇ ਹੈ, ਉਸਨੇ ਮੇਰਾ ਅਭਿਸ਼ੇਕ ਕੀਤਾ ਹੈ, ਮੈਂ ਗਰੀਬਾਂ ਨੂੰ ਸ਼ੁਭ ਸਮਾਚਾਰ ਸੁਣਾਵਾਂ, ਉਸਨੇ ਮੈਨੂੰ ਘੱਲਿਆ ਹੈ, ਮੈਂ ਜ਼ਖਮੀ ਦਿਲਾਂ ਵਾਲਿਆਂ ਨੂੰ ਚੰਗਾ ਕਰਾਂ, ਬੰਦਿਆਂ ਨੂੰ ਮੁਕਤੀ ਦੇਵਾਂ ਅਤੇ ਪੀੜਤਾਂ ਨੂੰ ਸੁਤੰਤਰ ਕਰਾਂ। ਉਸਨੇ ਮੈਨੂੰ ਘੱਲਿਆ ਹੈ ਕਿ ਮੈਂ ਉਸ ਦੀ ਮੁਨਾਦੀ ਕਰਾਂ ਜਦੋਂ ਪ੍ਰਭੂ ਆਪਣੇ ਲੋਕਾਂ ਨੂੰ ਛੁਟਕਾਰਾ ਦੇਵੇਗਾ ਤੇ ਉਹਨਾਂ ਦੇ ਵੈਰੀਆਂ ਨੂੰ ਹਰਾਵੇਗਾ। ਉਸਨੇ ਮੈਨੂੰ ਘੱਲਿਆ ਹੈ ਕਿ ਮੈਂ ਉਹਨਾਂ ਸਭ ਲੋਕਾਂ ਨੂੰ ਤਸੱਲੀ ਦੇਵਾਂ ਜੋ ਸੋਗ ਕਰਦੇ ਹਨ। ਇਹ ਭਵਿੱਖਬਾਣੀ ਸੈਂਕੜਿਆਂ ਸਾਲ ਪਹਿਲਾਂ ਯਸ਼ਾਇਆ ਨਬੀ ਨੇ ਦੱਸੀ ਕਿ ਜਦੋਂ ਪ੍ਰਭੂ ਯਿਸੂ ਮਸੀਹ ਆਏਗਾ, ਉਹਦੇ ਆਉਣ ਦੀ ਵਜ੍ਹਾ ਕੀ ਹੋਏਗੀ, ਉਹਦੇ ਪਿੱਛੇ ਰੀਜ਼ਨ ਕੀ ਹੋਏਗਾ। ਅੱਜ ਅਸੀਂ ਕ੍ਰਿਸਮਸ ਤਾਂ ਮਨਾਉਂਦੇ ਹਾਂ, ਇੱਕ ਤਿਉਹਾਰ ਦੀ ਤਰ੍ਹਾਂ, ਇੱਕ ਸੈਲੀਬ੍ਰੇਸ਼ਨ ਦੀ ਤਰ੍ਹਾਂ। ਅਸੀਂ ਸ਼ਾਪਿੰਗ ਤਾਂ ਕਰਦੇ ਹਾਂ, ਅਸੀਂ ਚੀਜ਼ਾਂ ਨੂੰ ਸੈਲੀਬ੍ਰੇਟ ਕਰਦੇ ਹਾਂ, ਪਰ ਅਸੀਂ ਉਹਦੇ ਪਿੱਛੇ ਦੇ ਇੱਕ ਵੱਡੇ ਭੇਦ ਨੂੰ ਮਿਸ ਕਰ ਜਾਂਦੇ ਹਾਂ। ਪ੍ਰਭੂ ਯਿਸੂ ਮਸੀਹ ਇਸ ਲਈ ਆਏ ਤਾਂ ਕਿ ਉਹ ਤੁਹਾਨੂੰ ਤੇ ਮੈਨੂੰ ਸਾਡੇ ਗੁਨਾਹਾਂ ਤੋਂ ਛੁਡਾਉਣ, ਸਾਡੀਆਂ ਬਿਮਾਰੀਆਂ ਤੋਂ ਛੁਡਾਉਣ, ਸਾਡੀਆਂ ਟਰਬਲਸ ਤੋਂ ਛੁਡਾਉਣ। ਸਾਡੇ ਲਈ ਉਹਨੇ ਆਪਣੀ ਜਾਨ ਕਿਉਂ ਦਿੱਤੀ? ਤਾਂ ਕਿ ਅਸੀਂ ਜਿੰਨੇ ਲੋਕ ਪਾਪਾਂ ਦੇ ਅਧੀਨ ਆ, ਅਸੀਂ ਛੁੱਟ ਜਾਈਏ। ਕੀ ਤੁਸੀਂ ਜਾਣਦੇ ਹੋ ਬਿਮਾਰੀਆਂ ਦੇ ਪਿੱਛੇ ਪਾਪ ਹੈ। ਬਾਈਬਲ ਕਹਿੰਦੀ ਪਾਪ ਦੀ ਮਜ਼ਦੂਰੀ ਮੌਤ ਹੈ। ਜਦੋਂ ਉਹ ਅਧਰੰਗੀ ਜਦੋਂ ਯਿਸੂ ਮਸੀਹ ਦੇ ਸਾਹਮਣੇ ਲੈ ਕੇ ਆਇਆ ਗਿਆ, ਯਿਸੂ ਮਸੀਹ ਨੇ ਕਿਹਾ ਜਾ ਤੇਰੇ ਪਾਪ ਮਾਫ ਹੋ ਗਏ। ਉਹਦੇ ਦੋਸਤਾਂ ਨੇ ਕਿਹਾ ਨਹੀਂ ਪਰਮੇਸ਼ਰ, ਅਸੀਂ ਪਾਪ ਮਾਫ ਕਰਾਉਣੇ ਨਹੀਂ ਆਏ, ਅਸੀਂ ਇਹਨੂੰ ਚੰਗਾ ਕਰਾਉਣ ਵਾਸਤੇ ਆਏ ਹਾਂ। ਯਿਸੂ ਮਸੀਹ ਨੇ ਕਿਹਾ ਇਹਦੇ ਪਾਪਾਂ ਕਰਕੇ ਬਿਮਾਰ ਹੈ। ਹਾਲੇਲੂਇਆ। ਮੇਰੇ ਪਿਆਰਿਓ, ਅਸੀਂ ਆਪਣੇ ਪਾਪਾਂ ਨੂੰ ਜੇ ਅੱਜ ਛੱਡਣ ਵਾਸਤੇ ਪ੍ਰਭੂ ਯਿਸੂ ਮਸੀਹ ਦੇ ਅੱਗੇ ਅਸੀਂ ਪ੍ਰੋਮਿਸ ਕਰਦੇ ਹਾਂ, ਇਹ ਕ੍ਰਿਸਮਸ ਤੁਹਾਡੀ ਲਾਈਫ ਦੇ ਵਿੱਚ ਇੱਕ ਨਵੀਂ ਜ਼ਿੰਦਗੀ ਨੂੰ ਐਡ ਕਰ ਦੇਵੇਗਾ। ਹਾਲੇਲੂਇਆ। ਤੁਸੀਂ ਬਿਮਾਰੀਆਂ ਤੋਂ ਛੁੱਟ ਜਾਓਗੇ, ਟਰਬਲਸ ਤੋਂ ਨਿਕਲ ਜਾਓਗੇ। ਇਸੇ ਲਈ ਯਿਸੂ ਮਸੀਹ ਦਾ ਜਨਮ ਹੋਇਆ, ਇਸੇ ਲਈ ਉਹਦਾ ਅਭਿਸ਼ੇਕ ਹੋਇਆ ਤਾਂ ਕਿ ਉਹ ਸਾਡੇ ਗੁਨਾਹਾਂ ਕਰਕੇ ਬਲੀਦਾਨ ਕੀਤਾ ਜਾਵੇ, ਅਸੀਂ ਬਿਮਾਰੀਆਂ ਤੋਂ ਬਚੇ ਰਹੀਏ। ਇਸ ਲਈ ਉਹਨੇ ਕੋੜੇ ਖਾਦੇ। ਬਾਈਬਲ ਕਹਿੰਦੀ ਉਹਦੇ ਕੋੜੇ ਖਾਣ ਨਾਲ ਅਸੀਂ ਚੰਗੇ ਹੋ ਚੁੱਕੇ ਹਾਂ। ਕੀ ਅਸੀਂ ਵਿਸ਼ਵਾਸ ਕਰਦੇ ਹਾਂ ਯਿਸੂ ਮਸੀਹ ਤੇ, ਜਾਂ ਅਸੀਂ ਸਿਰਫ ਕ੍ਰਿਸਮਸ ਮਨਾਉਣ ਵਾਸਤੇ ਅਸੀਂ ਆਪਣੇ ਆਪ ਨੂੰ ਤਿਆਰ ਕਰਦੇ ਹਾਂ? ਹਾਲੇਲੂਇਆ। ਇੱਕ ਵੱਡਾ ਕੁਐਸਚਨ ਆ ਅੱਜ ਤੁਹਾਡੇ ਲਈ ਜੋ ਮੈਂ ਛੱਡ ਰਿਹਾ। ਜੇ ਤੁਸੀਂ ਸਿਰਫ ਇੱਕ ਕ੍ਰਿਸਮਸ ਨੂੰ ਇੱਕ ਤਿਉਹਾਰ ਕਰਕੇ ਮਨਾਉਂਦੇ ਹੋ, ਕੁਝ ਵੀ ਚੇਂਜ ਨਹੀਂ ਹੋਏਗਾ, ਸਭ ਕੁਝ ਇੱਦਾਂ ਹੀ ਨਿਕਲ ਜਾਏਗਾ। ਪਰ ਜੇ ਤੁਸੀਂ ਆਪਣੇ ਗੁਨਾਹਾਂ ਨੂੰ ਮੰਨ ਕੇ ਪ੍ਰਭੂ ਯਿਸੂ ਮਸੀਹ ਦੇ ਅੱਗੇ ਆਪਣੇ ਆਪ ਨੂੰ ਤੁਸੀਂ ਇੱਕ ਪਾਪੀ ਦੇ ਰੂਪ ਦੇ ਵਿੱਚ ਲਿਆ ਕੇ ਦਿੰਦੇ ਹੋ, ਉਹ ਤੁਹਾਡੇ ਪਾਪਾਂ ਤੋਂ ਤੁਹਾਨੂੰ ਛੁਡਾਉਣ 'ਚ ਸਾਮਰਥੀ ਹੈ। ਇਸੇ ਲਈ ਉਹਦਾ ਜਨਮ ਹੋਇਆ, ਇਸੇ ਲਈ ਉਹਦਾ ਬਲੀਦਾਨ ਹੋਇਆ, ਇਸੇ ਲਈ ਉਹ ਮੁਰਦਿਆਂ 'ਚੋਂ ਜੀ ਉੱਠਿਆ ਤੇ ਅੱਜ ਵੀ ਜਿਉਂਦਾ ਪਿਤਾ ਦੇ ਸੱਜੇ ਹੱਥ ਬੈਠਿਆ। ਹਾਲੇਲੂਇਆ। ਮੇਰਾ ਇਹ ਵਿਸ਼ਵਾਸ ਹੈ ਇਸ ਵਾਰ ਦਾ ਕ੍ਰਿਸਮਸ ਤੁਹਾਡੀ ਲਾਈਫ ਨੂੰ ਚੇਂਜ ਕਰ ਦੇਵੇਗਾ। ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਦਾ ਇਸ ਸਾਲ ਦੇ ਕ੍ਰਿਸਮਸ ਨੂੰ ਅਸੀਂ ਮਿਲ ਕੇ ਪ੍ਰਭੂ ਯਿਸੂ ਮਸੀਹ ਦੇ ਭਵਨ ਦੇ ਵਿੱਚ ਅਸੀਂ ਇਕੱਠੇ ਹੋ ਕੇ ਮਨਾਈਏ, ਤਾਂ ਕਿ ਅਸੀਂ ਐਕਚੁਅਲੀ ਇਹਨਾਂ ਬਲੈਸਿੰਗਸ ਨੂੰ ਲੈ ਸਕੀਏ ਜਿਹਦੇ ਵਾਸਤੇ ਯਿਸੂ ਮਸੀਹ ਇਸ ਦੁਨੀਆ ਤੇ ਆਏ। ਮੈਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਦਾ 25 ਦਸੰਬਰ ਨੂੰ ਦੁਪਹਿਰੇ 1 ਵਜੇ ਅਸੀਂ ਪਰਮੇਸ਼ਰ ਦੇ ਭਵਨ ਦੇ ਵਿੱਚ ਮਿਲ ਕੇ ਇਸ ਵਾਰ ਦਾ ਕ੍ਰਿਸਮਸ ਸੈਲੀਬ੍ਰੇਟ ਕਰਾਂਗੇ। ਤੇ ਮੇਰਾ ਇਹ ਫੇਥ ਹੈ ਤੁਹਾਡੀ ਜ਼ਿੰਦਗੀ ਸੇਮ ਨਹੀਂ ਹੋਏਗੀ।
ਐਡਰੈਸ ਤੁਸੀਂ ਜਾਣਦੇ ਹੋ 660 ਈਸਟ 51st ਐਵਨਿਊ ਵੈਂਕੂਵਰ BC। ਯੂ ਆਲ ਆਰ ਇਨਵਾਈਟਡ, ਤੁਸੀਂ ਸਭ ਇਨਵਾਈਟਡ ਹੋ। ਆਓ ਪਰਮੇਸ਼ਵਰ ਦੇ ਘਰ ਦੇ ਵਿੱਚ ਅਸੀਂ ਮਿਲ ਕੇ ਉਹਦੇ ਜਨਮ ਦਿਹਾੜੇ ਨੂੰ ਮਨਾਈਏ ਤੇ ਉਹਨਾਂ ਬਲੈਸਿੰਗਸ ਨੂੰ ਲਈਏ ਜਿਹਦੇ ਲਈ ਐਕਚੁਅਲੀ ਉਹਦਾ ਜਨਮ ਹੋਇਆ, ਉਸ ਅਨੰਤ ਜੀਵਨ ਨੂੰ ਲੈ ਲਈਏ। ਹਾਲੇਲੂਇਆ। ਬਹੁਤ ਵਾਰ ਅਸੀਂ ਕ੍ਰਿਸਮਸ ਮਨਾਉਂਦੇ ਹਾਂ ਪਰ ਇਹਨਾਂ ਚੀਜ਼ਾਂ ਨੂੰ ਮਿਸ ਕਰ ਦਿੰਦੇ ਹਾਂ। ਪਰ ਮੈਂ ਇਹ ਵਿਸ਼ਵਾਸ ਕਰਦਾ, ਜੇ ਇਸ ਵਾਰ ਤੁਸੀਂ ਆਪਣੇ ਗੁਨਾਹਾਂ ਨੂੰ ਮੰਨ ਕੇ ਤੇ ਛੱਡ ਕੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਨੂੰ ਕਰੋਗੇ, ਤੁਹਾਡੀ ਲਾਈਫ ਸੇਮ ਨਹੀਂ ਰਹੇਗੀ, ਤੁਹਾਡੀ ਜ਼ਿੰਦਗੀ ਚੇਂਜ ਕਰ ਦੇਗਾ ਯਿਸੂ ਮਸੀਹ। ਯਾਦ ਰੱਖੋ, ਉਹ ਜ਼ਿੰਦਗੀਆਂ ਨੂੰ ਚੇਂਜ ਕਰ ਦੇਣ ਵਾਲਾ ਪਰਮੇਸ਼ਰ ਹੈ। ਹਾਲੇਲੂਇਆ। ਮੇਰਾ ਇਹ ਫੇਥ ਹੈ, ਇਹ ਵਚਨ ਤੁਹਾਡੀ ਜ਼ਿੰਦਗੀ 'ਚ ਕੰਮ ਕਰਨਗੇ। ਇਸ ਵਾਰ ਦਾ ਕ੍ਰਿਸਮਸ ਤੁਹਾਡੀ ਜ਼ਿੰਦਗੀ ਚੇਂਜ ਕਰ ਦੇਗਾ। ਆਓ ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਆਓ ਆਪਣੇ ਸਿਰਾਂ ਨੂੰ ਝੁਕਾਈਏ, ਅਸੀਂ ਪ੍ਰਾਰਥਨਾ ਕਰੀਏ। ਸਰਵਸ਼ਕਤੀਮਾਨ ਪਰਮੇਸ਼ਵਰ ਯਿਸੂ ਮਸੀਹ ਨਾਸਰੀ, ਮੈਂ ਧੰਨਵਾਦ ਕਰਦਾ ਤੁਹਾਡਾ। ਤੁਸੀਂ ਦਇਆ ਕਰਨ ਵਾਲੇ ਪਰਮੇਸ਼ਰ ਹੋ, ਤੁਸੀਂ ਅੱਛੇ ਹੋ, ਸੱਚੇ ਹੋ, ਜੀਵਿਤ ਹੋ। ਖੁਦਾਵੰਦ, ਅੱਜ ਤੁਹਾਡੇ ਵਚਨ 'ਚੋਂ ਅਸੀਂ ਸਿੱਖਿਆ ਕਿ ਕਿਸ ਤਰ੍ਹਾਂ ਤੁਸੀਂ ਖੁਦਾਵੰਦ ਚਰਨੀ ਦੇ ਵਿੱਚ ਜਨਮ ਲਿਆ, ਕਿਸ ਤਰ੍ਹਾਂ ਤੁਸੀਂ ਖੁਦਾਵੰਦ ਉਹਨਾਂ ਸਭ ਭਵਿੱਖਬਾਣੀਆਂ ਨੂੰ ਪੂਰਾ ਕੀਤਾ, ਕਿਸ ਤਰ੍ਹਾਂ ਤੁਸੀਂ ਖੁਦਾਵੰਦ ਆਪਣੀ ਸੇਵਕਾਈ ਨੂੰ ਸ਼ੁਰੂ ਕੀਤਾ ਤੇ ਉਹਨਾਂ ਭਵਿੱਖਬਾਣੀਆਂ ਦੇ ਵਚਨਾਂ ਨੂੰ ਬੋਲਿਆ ਜੋ ਸਾਡੇ ਲਈ ਯਸ਼ਾਇਆ ਨਬੀ ਨੇ ਲਿਖੇ ਨੇ ਕਿ ਤੁਸੀਂ ਸਾਡੇ ਗੁਨਾਹਾਂ ਦੇ ਲਈ ਮਾਰੇ ਗਏ, ਤੁਸੀਂ ਗੱਡੇ ਗਏ, ਜੀ ਉੱਠੇ, ਸਾਡੇ ਲਈ ਤੁਸੀਂ ਲਾਨਤਾਂ ਨੂੰ ਸਹਿਆ ਤਾਂ ਕਿ ਅਸੀਂ ਨਰੋਏ ਹੋ ਜਾਈਏ। ਖੁਦਾਵੰਦ, ਅੱਜ ਮੇਰੀ ਪ੍ਰਾਰਥਨਾ, ਜਿਸ ਮਕਸਦ ਲਈ ਤੁਹਾਨੂੰ ਪਰਮੇਸ਼ਵਰ ਨੇ ਘੱਲਿਆ, ਉਹ ਮਕਸਦ ਸਾਡੀ ਜ਼ਿੰਦਗੀ 'ਚ ਪੂਰੀ ਹੋਵੇ। ਖੁਦਾਵੰਦ, ਮੇਰੀ ਪ੍ਰਾਰਥਨਾ, ਜਿੰਨੇ ਬਿਮਾਰ ਮੈਨੂੰ ਦੇਖ ਰਹੇ ਆ, ਯਿਸੂ ਮਸੀਹ ਤੇ ਫੇਥ ਲੈ ਕੇ ਆਉਣ ਦੇ ਨਾਲ ਸਾਰੇ ਬਿਮਾਰ ਚੰਗੇ ਹੋਣ, ਇਹਨਾਂ ਦੀਆਂ ਟਰਬਲਸ ਖਤਮ ਹੋਣ, ਜ਼ਿੰਦਗੀਆਂ ਚੇਂਜ ਹੋਣ ਤੇ ਖੁਦਾਵੰਦ ਇਹਨਾਂ ਨੂੰ ਛੂਓ ਤੇ ਹੀਲ ਕਰੋ, ਬਲੈਸ ਕਰੋ, ਡਿਲੀਵਰ ਕਰੋ ਤੇ ਤੁਹਾਡਾ ਨਾਮ ਮਹਿਮਾ ਪਾਏ। ਯਿਸੂ ਮਸੀਹ ਦੇ ਸਾਮਰਥੀ ਨਾਮ 'ਚ ਅਸੀਂ ਮੰਗਦੇ ਹਾਂ, ਆਮੀਨ। ਹਾਲੇਲੂਇਆ। ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਤੁਸੀਂ ਆਪਣਾ ਕੀਮਤੀ ਸਮੇਂ ਕੱਢਿਆ। ਫਿਰ ਮਿਲਾਂਗੇ ਅਗਲੇ ਹਫਤੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਇਨਵਾਈਟ ਕਰਦਾ ਇਸ ਕ੍ਰਿਸਮਸ ਦੇ ਉੱਤੇ ਪਰਮੇਸ਼ਰ ਦੇ ਭਵਨ ਦੇ ਵਿੱਚ। ਸੋ ਤੁਹਾਨੂੰ ਸਾਰਿਆਂ ਨੂੰ ਮੈਰੀ ਕ੍ਰਿਸਮਸ, ਇਸ ਵੱਡੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਗॉड ਬlesਸ ਯੂ ਆਲ। ਦੁਨੀਆ 'ਚ ਤੈਨੂੰ ਜੇ ਚੈਨ ਨਹੀਂ ਲੱਗਦਾ, ਯਿਸੂ ਕੋਲ ਆਵੇਂ ਤੇ ਚੰਗਾ ਏ। ਦੁਨੀਆ 'ਚ ਤੈਨੂੰ